वालेकुम व्यूअर्स, आप देख रहे हैं बिजनेस इन्फो। मैं हूं बिलाल नजीर। आज हम सियालकोट के एक गांव डेसिया में पहुंचे हैं। यहां पर चाचा खान साहब मेरे पास खड़े हैं। इंतहाई तजर्बा रखते हैं बफलो फार्मिंग के हवाले से। आज इनसे इंतहाई अहम गुफ्तगू होने जा रही है। इस गुफ्तगू में हम इनसे सुनेंगे कि वंडा, चोखर और खल के हवाले से जो आज के देसी और वलायती, ये दोनों में फर्क देखेंगे। फिर भैंसें कैसे रखनी चाहिए, इनकी कैसे हिदमत करनी चाहिए, इनमें कितना मुनाफा है, कौन कौन से मसाइल हैं, ये तमाम बातें आज हम इनके तजर्बा से मुस्तफीद होंगे, इनसे सुनेंगे। तो इन तमाम बातों को सुनने से पहले तमाम नए आने वाले व्यूअर से रिक्वेस्ट है कि हमारे चैनल को सब्सक्राइब भी कर दीजिए, साथ में बेल आइकन को भी दबा दें ताकि तमाम आने वाले वीडियोस आप तक बखूबी पहुंचती रहें। हमारे फेसबुक के पेज को लाइक भी कीजिएगा, फॉलो भी कीजिएगा। तो आइए आज की वीडियो शुरू करते हैं। वालेकुम सलाम जी। अंकल जी की हाल है? खैर शुक्र अल्लाह दा, अल्हम्दुलिल्लाह। सब तो पहले अपना तारफ करवा दियो। मेरा ना खान मोहम्मद ढेसिया। ਇਹ ਖਾਨ ਮੁਹੰਮਦ ਸਾਹਿਬ ਕਿੰਨੇ ਸਾਲ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ? ਬਚਪਨ ਤੇ ਸਾਡਾ ਇੱਕ ਕੰਮ ਹੈ, ਪਿਓ ਦਾਦੇ ਤੋਂ ਸ਼ੁਰੂ ਆਣ ਡਿਆ। ਮਾਸ਼ਾਅੱਲਾ ਕਾਫੀ ਤਜਰਬਾ ਹੈ। ਇਹ ਦੱਸੋ ਤੁਸੀਂ ਆਪਣੇ ਜਾਨਵਰਾਂ ਦੀ ਰੂਟੀਨ ਕੀ ਰੱਖੀ ਏ? ਇਹਨਾਂ ਨੂੰ ਰੋਜ਼ਾਨਾ ਕੀ ਖਵਾਉਂਦੇ ਪਿਲਾਉਂਦੇ ਹੋ? ਇਹਨਾਂ ਨੂੰ ਆਪਣਾ ਘਰ ਦਾ ਵੰਡਾ ਬਣਾ ਕੇ ਖਾ, ਆਪਣਾ ਜਿਹੜਾ ਨਾ ਕਣਕ ਦਲਾ ਕੇ ਮਕਈ ਇਹ ਪਾਣੇ ਆ। ਦੂਸਰਾ ਵੰਡੇ ਚ ਦੁੱਧ ਹੀ ਨੇ ਜਿਹੜਾ ਇਸ ਦੌਰ ਚ ਆਣ ਡਿਆ। ਤੁਸੀਂ ਘਰ ਦਾ ਜਿਹੜਾ ਦੱਸਿਆ ਕਣਕ, ਮਕਈ, ਕਿਹੜੀਆਂ ਚੀਜ਼ਾਂ ਜਿਹੜੀਆਂ ਨਾ ਸ਼ਾਮਲ ਕਰਦੇ ਹੋ, ਤਫਸੀਲ ਵਿੱਚ ਦੱਸੋ। ਇਹੋ ਸਾਰੀਆਂ ਰਲਾ ਕੇ ਤੇ ਦਲਾ ਲੈਨੇ ਆ ਤੇ ਪਾਣੇ ਨਾ। ਚੋਕਰ ਵੀ ਲੈ ਵੀ ਦਾ ਜਿਹੜਾ ਕਿ ਲੱਭਦਾ ਸਹੀ, ਲੇਕਿਨ ਚੋਕਰ ਵੀ ਸਹੀ ਨਹੀਂ ਆਂਦਾ। ਉਹਦੇ ਚ ਵੀ ਆਂਦਾ ਪਿਆ ਮਕਈ ਦਾ ਗੁੱਦਾ ਪੀਸਿਆ ਹੋਇਆ। ਅੱਛਾ, तो ਉਹਦੇ ਚ ਕੋਈ ਫਾਇਦਾ ਹੀ ਨਹੀਂ ਉਹਦਾ। ਅੱਛਾ, ਯਾਨੀ ਤੁਸੀਂ ਜਿਹੜਾ ਬਾਜ਼ਾਰੀ ਵੰਡਾ ਉਹਨੂੰ ਤਰਜੀਹ ਨਹੀਂ ਦਿੰਦੇ? ਕੀ ਵਜ੍ਹਾ ਹੈ ਕਿ ਤੁਹਾਨੂੰ ਬਾਜ਼ਾਰੀ ਵੰਡਾ ਕਿਉਂ ਨਹੀਂ ਪਸੰਦ? ਉਹ ਸਾਰਾ 2 ਨੰਬਰ ਆਂਦਾ ਪਿਆ। ਮੱਝਾਂ ਖਾਂਦੀਆਂ ਹੀ ਨਹੀਂ ਖਾਲ ਵਾਰ ਉਹਦੇ ਸੂਰਜਮੁਖੀਆ ਪੀ ਕੇ ਘਾਲਦੇ ਨੇ ਵੀ ਕੀ ਘਾਲਦਾ ਪਿਆ ਕੋਈ। ਤੇ ਤੁਸੀਂ ਜਿਹੜਾ ਆਪੀ ਵੰਡਾ ਤਿਆਰ ਕਰਦੇ ਹੋ ਪੇ ਦੱਸਿਆ ਤੁਸੀਂ, ਇਹ ਠੀਕ ਹੈ? ਦੁੱਧ ਵੀ ਹੈ। ਕਿੰਨਾ ਦੁੱਧ ਹੈ? ਅਸੀਂ 2.5 ਕਿਲੋ 3 ਕਿਲੋ ਪਾਣੇ ਆ ਬਸ ਇੱਕ ਮੈਂ ਨੂੰ। ਹਾਂ, ਜਿਹੜੀ ਦੁੱਧ ਦਿੰਦੀ ਹੈ। ਦੁੱਧ ਦਿੰਦੀ। ਜਿਹੜੀਆਂ ਮੱਝਾਂ ਦੁੱਧ ਨਹੀਂ ਦਿੰਦੀਆਂ ਉਹਨਾਂ ਨਹੀਂ ਪਾਉਂਦੇ? ਚੋਕਰ ਛੋੜ ਛੜੀ ਦਾ ਲਿਆ ਜਿਹੜਾ 2 ਨੰਬਰ ਮਿਲਦਾ ਅੱਜ ਕੱਲ। ਅੱਛਾ, ਯਾਨੀ ਕਿ ਚੋਕਰ ਵੀ 2 ਨੰਬਰ ਹੈ? ਹਾਂ, ਚੋਕਰ ਵੀ 2 ਨੰਬਰ ਆ ਰਿਹਾ। ਠੀਕ ਹੈ। ਤੇ ਇਸ ਤੋਂ ਇਲਾਵਾ ਇਹਨਾਂ ਨੂੰ ਸਬਜ਼ ਚਾਰੇ ਵਿੱਚ ਕੀ ਖਿਲਾਉਂਦੇ ਹੋ? ਸਬਜ਼ ਚਾਰਾ ਜਿਹੜਾ ਸਬਜ਼ ਚਾਰਾ ਸਟਾਲਾ ਹੋਏ ਤੇ ਉਹ ਤੇ ਘੱਟ ਤੋਂ ਘੱਟ ਕਮਾਈ ਨੂੰ 2-2.5 ਮਣ ਚਾਹੀਦਾ ਤਕਰੀਬਨ। ਤੇ ਸਬਜ਼ ਚਾਰਾ ਦੁੱਧ ਦੇਣ ਵਾਲੀ ਮੱਝ ਨੂੰ ਲਾਜ਼ਮੀ ਸਬਜ਼ ਚਾਰਾ ਚਾਹੀਦਾ, ਕਿਉਂਕਿ ਸਬਜ਼ ਚਾਰੇ ਦੁੱਧ ਹੁੰਦਾ। ਜਿਹੜਾ ਦੂਸਰਾ ਸੁੱਕਾ ਚਾਰਾ ਤੂੜੀ ਉਹਦੇ ਦੁੱਧ ਨਹੀਂ ਹੁੰਦਾ। ਸੁੱਕੀ ਤੂੜੀ 'ਚ ਦੁੱਧ ਨਹੀਂ ਹੈ। ਇਸ ਵਾਸਤੇ ਜਿਹੜਾ ਸਬਜ਼ ਚਾਰਾ ਹੋਏਗਾ ਕੋਈ ਵੀ, ਹੁਣ ਫਸੀਆ ਮੁੰਜੀ ਦਾ ਪਰਾਲੀ ਆਉਂਦੀ ਹੈ ਸਬਜ਼ ਜਿਹੜੀ ਹਰੀ ਹੈ ਉਹਦੇ 'ਚ ਵੀ ਦੁੱਧ ਹੈ। ਜਿਹੜੀ ਸੁੱਕੀ ਪਰਾਲੀ ਹੋਏਗੀ ਉਹਦੇ 'ਚ ਬਿਲਕੁਲ ਦੁੱਧ ਖਤਮ ਹੋ ਜਾਏਗਾ। ਠੀਕ ਹੈ, ਯਾਨੀ ਸਬਜ਼ ਚਾਰਾ ਲਾਜ਼ਮੀ ਹੋਣਾ ਚਾਹੀਦਾ। ਬਜ਼ੁਰਗੋ ਇਹ ਦੱਸੋ ਜਿਹੜਾ ਬਾਜ਼ਾਰੀ ਵੰਡਾ ਉਹ ਜਾਨਵਰ ਕਿਉਂ ਨਹੀਂ ਖਾਂਦੇ, ਕੀ ਵਜ੍ਹਾ ਹੈ? ਉਹ 2 ਨੰਬਰ ਆਂਦਾ ਪਿਆ ਤਾਂ ਨਹੀਂ ਖਾਂਦੀਆਂ ਸਾਰੀਆਂ ਕੰਪਨੀਆਂ ਦਾ 2 ਨੰਬਰ ਨਹੀਂ। ਕੋਈ ਹੈ ਵਿੱਚ ਸਹੀ ਵੀ ਕਿ ਨਹੀਂ, ਕਿ ਸਾਰਾ ਗਲਤੀ ਆਂਦਾ ਪਿਆ। ਤੁਹਾਡੀ ਨਜ਼ਰ ਚ ਉਹਦੇ ਵਿੱਚ ਕੀ ਪਿਆ ਹੁੰਦਾ ਜਿਹੜਾ ਉਹ ਨਹੀਂ ਖਾਂਦੀਆਂ? ਉਹਦੇ ਸੂਰਜਮੁਖੀ ਇਹਦੇ ਖਾਲ ਹੁੰਦੀ ਹੈ। ਸੂਰਜਮੁਖੀਆ ਪੀਤਾ ਹੁੰਦਾ ਔਰ ਐਸੇ ਸਮੈਲ ਆਉਂਦੀ ਸੂਰਜਮੁਖੀ। ਇਸ ਵਾਰ ਸੂਰਜਮੁਖੀ ਦੀ ਸਮੈਲ ਨਾਲ ਨਹੀਂ ਖਾਂਦੀਆਂ। ਤੁਸੀਂ ਕਹਿੰਦੇ ਹੋ ਕਿ ਖਾਲ ਵੀ ਛੱਡਦੀਆਂ ਨੇ? ਖਾਲ ਛੱਡਦੀਆਂ ਖੁਰਲੀ ਜੀ। ਪੱਕੀ ਗੱਲ ਛੱਡਦੀਆਂ? ਪੱਕੀ ਛੱਡਦੀਆਂ। ਨਹੀਂ ਫਿਰ ਹੁਣ ਕੀ ਕੀਤਾ ਜਾਏ? ਹੁਣ ਆਪਣਾ ਵੰਡਾ ਇਸਤੇਮਾਲ ਕਰੋ। ਕਣਕ ਪਾਓ ਦਾਲ ਕੇ, ਮਕਈ ਪਾਓ ਦਾਲ ਕੇ। ਤੁਸੀਂ ਕਹਿੰਦੇ ਪਏ ਕਣਕ, ਮਕਈ, ਜਿਹੜੀਆਂ ਤੁਸੀਂ ਆਪਣੇ ਵੰਡੇ ਵਿੱਚ ਚੀਜ਼ਾਂ ਸ਼ਾਮਲ ਕਰਦੇ ਹੋ, ਦੱਸੋ ਕਿ ਕਿਹੜੀਆਂ ਕਰਦੇ ਹੋ ਤੇ ਕਿੰਨੀ ਮਿਕਦਾਰ ਵਿੱਚ ਕਰਦੇ ਹੋ? ਮਕਈ ਪਾ ਲਓ, ਕਣਕ ਪਾ ਲਓ, ਇਹ ਸਾਰੀਆਂ ਦਲਾ ਲਓ। ਕਿੰਨੀ ਮਕਈ ਪਾਣੀ ਹੈ? ਕਣਕ ਕਿੰਨੀ ਪਾਣੀ ਪਾ ਲਓ? ਮਾਣ ਮਕਈ, ਮਾਣ ਕਣਕ। ਇਸ ਤੋਂ ਇਲਾਵਾ ਹੋਰ ਵਿੱਚ ਹੋ ਸਕੇ ਤੇ ਫਿਰ ਇਹਨਾਂ ਨੂੰ ਗੁੜ ਵੀ ਦਿਓ ਨਾਲ। ਗੁੜ ਵੀ ਲਾਜ਼ਮੀ ਹੈ। ਠੀਕ ਹੈ। ਗੁੜ ਹੋਰ ਇਹਨਾਂ ਨੂੰ ਕੋਈ ਹੋਰ ਵੀ ਦਵਾਈ ਸ਼ਵਾਈ ਵੀ ਦਿਓ ਜਿਹੜੇ ਕਿ ਆਉਂਦੀਆਂ ਨੇ ਅੱਜ ਕੱਲ ਡਾਕਟਰਾਂ ਨੂੰ ਦੱਸ ਕੇ। ਬਗੈਰ ਜਿਹੜਾ ਐਸੀ ਦਵਾਈ ਨਹੀਂ ਦੇਣੀ ਬਗੈਰ ਡਾਕਟਰ ਕੋਈ ਵੀ। ਕੋਈ ਆਂਦਾ ਨਾ ਕਿ ਹਾਂ ਇਹਨੂੰ ਹੁੱਕੇ ਦਾ ਪਾਣੀ ਪਿਲਾ ਦੇ ਤੇ ਪੈਟਰੋਲ ਪਿਲਾ ਦੇ ਤੇ ਤੇਰੀ ਮੈਂ ਠੀਕ ਹੋ ਜਾਏਗੀ, ਉਹ ਨਹੀਂ ਹੈ। ਕਿਉਂਕਿ ਇਹ ਮੱਝ ਲੈਣਾ ਸੌਖੀ ਨਹੀਂ। 2-2.5 ਲੱਖ ਦੀ ਮੱਝ ਲੱਭਦੀ ਹੈ ਜੀ। ਤੇ ਉਹ ਕਮੇਟੀਆਂ ਪਾ ਕੇ ਮੱਝ ਲੈਂਦਾ, ਮਗਰੋਂ ਡੀਜ਼ਲ ਪਿਲਾ ਦਿੰਦਾ ਕਿ ਫਲਾਣੇ ਮੈਨੂੰ ਆਖਿਆ ਡੀਜ਼ਲ ਪਿਲਾ ਦੇ ਜਾਂ ਪੈਟਰੋਲ ਪਿਲਾ ਦੇ, ਮੇਰੀ ਠੀਕ ਹੋ ਗਈ। ਤੇ ਡਾਕਟਰ ਤੋਂ ਬਗੈਰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ। ਹਾਂਜੀ, ਮੱਝ 'ਚ ਕਿਹੜਾ ਇੰਜਨ ਲੱਗਿਆ ਜਿਹੜਾ ਪੀਟਰ ਨੂੰ ਪਿਲਾਣਾ? ਸਹੀ ਹੈ। ਕੋਈ ਆਂਦਾ ਹੁੱਕੇ ਦਾ ਪਾਣੀ ਪਿਲਾ ਦੇ ਕੋਈ ਤੇਰੀ ਮੱਝ ਠੀਕ ਹੋ ਜਾਏਗੀ। ਸਹੀ ਹੈ। ਇਸ ਵਾਸਤੇ ਕਿ ਡਾਕਟਰ ਦੇ ਮਸ਼ਵਰੇ ਤੋਂ ਬਗੈਰ ਕੋਈ ਦਵਾਈ ਨਹੀਂ ਦੇਣੀ ਚਾਹੀਦੀ। ਸਹੀ ਹੈ। ਹਰ ਚੀਜ਼, ਕਿਉਂਕਿ ਮੱਝ ਬਹੁਤ ਮਹਿੰਗੀ ਹੈ। 2-3 ਲੱਖ ਦੀ ਮੱਝ ਆਉਂਦੀ ਹੈ ਇਸ ਟਾਈਮ। ਅੱਛਾ, ਜਿਹੜਾ ਵੰਡਾ ਦੱਸ ਦਿਓ ਵੀ ਅਗਰ ਮਣ ਵੰਡਾ ਤਿਆਰ ਹੋਏ ਤੇ ਕਿੰਨੀਆਂ ਮੱਝਾਂ ਵਾਸਤੇ ਕਾਫੀ ਹੁੰਦਾ? ਇਹ 2.5 ਕਿਲੋ ਤਕਰੀਬਨ ਮੱਝ ਦਾ ਮੌਸਰ ਆ। ਮੱਝ ਹੁਣ 5 ਕਿਲੋ ਵੀ ਪਚਾਈ ਜਾਂਦੀ। ਕੋਈ ਮੱਝ ਨਹੀਂ ਪਹੁੰਚਾ ਸਕਦੀ 2.5 ਕਿਲੋ ਜਾਂ 2 ਕਿਲੋ 3 ਕਿਲੋ ਇਸ ਹਿਸਾਬ ਤੇ, ਜਿਸ ਤਰ੍ਹਾਂ ਕਿਸੇ ਦੀ ਤਫੀਕ ਹੋਏ ਉਸ ਹਿਸਾਬ ਨਾਲ ਪਾਏ ਉਹਨੂੰ ਵਿੱਚ ਸਹੀ ਮਿਲੇ। ਤੇ ਚਨੇ ਤੋਂ ਹੈ ਹੀ ਪਹੁੰਚ ਤੋਂ ਦੂਰ ਨੇ। ਜੇ ਚਨੇ ਆਪਣਾ ਬਣਾ ਲੈ, ਚਨੇ ਲੈ ਆਏ ਤੇ ਕਣਕ ਦਲਾ ਲੈ ਤੇ ਉਹ ਸਭ ਤੋਂ ਬਿਹਤਰ। ਉਹਦੇ ਚ ਜ਼ਿਆਦਾ ਦੁੱਧ ਸਭ ਨਾਲ। ਜਿਹੜੀ ਮੈਂ 10 ਕਿਲੋ ਦੁੱਧ ਦਿੰਦੀ ਹੈ ਉਹਨੂੰ ਕਿੰਨਾ ਵੰਡਾ ਖਿਲਾਉਂਗੇ? 2.5 ਕਿਲੋ। ਉਹਨੂੰ ਧੜੀ ਚਾਹੀਦਾ। ਧੜੀ ਬਣਾ ਅਸਲੀ ਖਾਲ ਹੋਏ, 2 ਨੰਬਰ ਖਾਲ ਨਾ ਹੋਏ ਵਡੇਵਿਆਂ ਦੀ। ਤੇ ਕਰਾ ਹੋਏ ਆਪਣਾ ਕਰਾ ਸਹੀ ਕਰਾਇਆ ਨਾ ਹੋਏ ਕਿ ਵਿੱਚ ਗੰਦ ਪੀਸਿਆ ਹੋਏ ਕਿਸੇ ਨੇ ਚਨਿਆਂ ਦਾ ਕਰਾ।
ਉਹ ਹੈ ਉਹ ਸਹੀ ਜਿਹੜਾ ਨਾ ਉਹਦੇ ਚ ਬਿਹਤਰੀਨ ਦੁੱਧ ਹੈ। ਅੱਛਾ। ਅੱਛੀ ਖਾਲ ਮਿਲੇ ਵੜੇਵਿਆਂ ਦੀ ਖਾਲ ਜਿਹੜੀ ਬਨੌਲੇ ਦੀ ਖਾਲ ਸਹੀ ਮਿਲੇ ਤੇ ਉਹ ਬਿਹਤਰ ਹੈ। ਕਰਾ ਤੇ ਇਹ ਚੀਜ਼ ਇਹ ਦੱਸੋ ਕਿ ਤੁਸੀਂ ਕਿਹਾ ਕਿ ਮੈਂ 5 ਕਿਲੋ ਵੰਡਾ ਵੀ ਪਹੁੰਚਾਈ ਜਾਂਦੀ ਹੈ, ਇਹ ਪਹੁੰਚਾ ਜਾਂਦੀ। ਤੁਸੀਂ ਇਹਨੂੰ ਅਗਰ ਘਰ ਦਾ ਪਾਓ ਤੇ ਫਿਰ ਕਿੰਨਾ ਦੁੱਧ ਦੇ ਦੀ, ਅਗਰ ਬਾਜ਼ਾਰੀ ਖਾਏ ਦੀ ਤੇ ਫਿਰ ਕਿੰਨਾ ਦੁੱਧ ਦੇ ਦੀ? ਬਜ਼ਾਰੀ ਦਾ ਤੇ ਬਜ਼ਾਰੀ ਜਿਹੜੀ ਅਸੀਂ ਜਿਹੜੇ ਲਿਆਨੇ ਆ ਵੀ ਇਸ ਟਾਈਮ ਵੰਡਾ ਉਹ ਇਹ ਖਾਂਦੀ ਨਹੀਂ, ਇਹ ਉਲਟੀ ਬਿਮਾਰ ਹੋ ਜਾਂਦੀ। ਅੱਛਾ, ਬਿਲਕੁਲ ਹੀ ਨਹੀਂ ਖਾਂਦੀ ਨਾ, ਜਾਂ ਕਿ ਸਹੀ ਕਿਸੇ ਲੱਭ ਜੇ ਕਿਸੇ ਕੋਲੋਂ ਤੇ ਉਹ ਖਾਂਦੀ। ਠੀਕ ਹੈ। ਇਹ ਦੱਸੋ ਜਿਹੜੀਆਂ ਮੱਝਾਂ ਦੁੱਧ ਘੱਟ ਦਿੰਦੀਆਂ ਨੇ, ਤੁਹਾਡੇ ਕੋਲ ਕੋਈ ਦੇਸੀ ਟੋਟਕਾ ਹੈ ਵੀ ਜਾਂ ਨੁਸਖਾ ਕਿ ਉਹਨਾਂ ਨੂੰ ਇਹ ਖਿਲਾਓ ਤੇ ਦੁੱਧ ਜ਼ਿਆਦਾ ਦੇਣ? ਦੁੱਧ ਇਹੋ ਹੀ ਹੈ ਕਿ ਉਹਨਾਂ ਨੂੰ ਆਪਣਾ ਕੋਈ ਗੁੜ ਦੇਣ ਜਿਹੜਾ ਕਿ ਉਹਦਾ ਕੋਈ ਸਹੀ ਹਾਜ਼ਮਾ ਸਹੀ ਹੋਏ ਤੇ ਦੁੱਧ ਸਹੀ, ਹਾਜ਼ਮਾ ਸਹੀ ਨਹੀਂ ਤੇ ਫਿਰ ਦੁੱਧ ਨੇ ਕੀ ਦੇਣਾ। ਯਾਨੀ ਕਿ ਦੁੱਧ ਜਿਹੜੀਆਂ ਕੰਮ ਦਿੰਦੀਆਂ ਨੇ ਉਹਨਾਂ ਦਾ ਹਾਜ਼ਮਾ ਨਹੀਂ ਠੀਕ ਹੁੰਦਾ। ਹਾਂ, ਦੁੱਧ ਜਿਹੜੀਆਂ ਨਹੀਂ ਦਿੰਦੀਆਂ ਹਾਜ਼ਮਾ ਨਹੀਂ ਸਹੀ ਹੁੰਦਾ, ਉਹਦਾ ਹੋਰ ਕੋਈ ਨਾ ਕੋਈ ਡਿਫੈਕਟ ਹੁੰਦਾ ਜਿੱਥੋਂ ਕਿ ਉਹ ਦੁੱਧ ਨਹੀਂ ਦਿੰਦੀਆਂ ਸਹੀ। ਹਾਜ਼ਮਾ ਹਾਜ਼ਮੇ ਵਾਸਤੇ ਗੁੜ ਚਾਹੀਦਾ, ਸਿਰਫ ਗੋੜੀ। ਗੁੜ ਕਿੰਨੇ ਦਿਨ ਦੇਣਾ ਤੇ ਕਿੰਜ ਦੇਣਾ? ਇੱਕ ਸ਼ਾਮ ਨੂੰ ਦੇਣਾ, ਸ਼ਾਮ ਨੂੰ। ਕਿੰਨਾ ਕੁ ਦੇਣਾ? ਕੋਈ ਤਕਰੀਬਨ ਇਹਨੂੰ ਮੱਝ ਨੂੰ ਅੱਧਾ ਕਿਲੋ ਚਾਹੀਦਾ ਤਕਰੀਬਨ। ਕਿੰਨੇ ਦਿਨ? ਇਹਨੂੰ ਚੌਥੇ ਦਿਨ 8 ਦਿਨ ਲਾਜ਼ਮੀ ਅੱਧਾ ਕਿਲੋ ਦੇ ਛੜੇ ਕਰੇ ਡੇਲੀ ਚ। ਸਿਆਲ ਚ ਭਾਵੇਂ ਦੂਸਰੇ ਤੀਸਰੇ ਦਿਨ ਦੇ ਛੜੇ ਕਰੇ ਤੇ ਕੋਈ ਐਡਾ ਨਹੀਂ। ਪਰ ਸਿਆਲ ਸਰਦੀ ਜਿਹੜੀ ਹੈ ਨਾ ਉਹ ਦੂਸਰਾ ਅਗਰ ਇਹ ਬਹੁਤਾ ਹੀ ਘੱਟ ਤੇ ਫਿਰ ਇਹਨੂੰ ਇਹਦੀਆਂ ਆਂਦਰਾਂ ਠੰਡੀਆਂ ਕਰਨ ਵਾਸਤੇ ਘਿਓ ਦੇਵੇ। ਇਹ ਦੇਸੀ ਘਿਓ? ਹਾਂ, ਦੇਸੀ ਘਿਓ ਕਿ ਸਹੀ ਦੀ ਖੁਸ਼ਕੀ ਵੀ ਹੋ ਜਾਂਦੀ ਨਾ ਅੰਦਰ ਤੇ ਦੁੱਧ ਨਹੀਂ ਦਿੰਦੀਆਂ ਤਾਂ ਇਹਨੂੰ ਘਿਓ ਦੇਵੇ। ਦੇਸੀ ਘਿਓ ਕਿੰਨਾ ਦੇਣਾ? ਦੇਸੀ ਘਿਓ ਹੈ ਮੱਝ ਸਾਡੀ ਪਾ ਇਹਨੂੰ 1 ਕਿਲੋ ਪਿਛਲਾ 4 ਤੋਂ 3-4 ਦਿਨ 1 ਕਿਲੋ ਘਿਓ ਜਿਹੜਾ 3-4 ਦਿਨ ਚ ਪਲਾ ਹਟ। ਠੀਕ ਹੈ। ਅੱਛਾ, ਇਹ ਦੱਸੋ ਕਿ ਮਾਸ਼ਾਅੱਲਾ ਤੁਸੀਂ ਕਾਫੀ ਤਜਰਬਾਕਾਰ ਹੋ, ਇਹ ਮੱਝਾਂ ਦੀਆਂ ਚੰਗੀਆਂ ਨਸਲਾਂ ਕਿਹੜੀਆਂ ਨੇ? ਇੱਕ ਆਮ ਬੰਦੇ ਨੂੰ ਕਿੰਜ ਪਤਾ ਲੱਗੇਗਾ ਕਿ ਇਹ ਮੈਂ ਦੁੱਧ ਜ਼ਿਆਦਾ ਦੇ ਦੀ? ਜ਼ਿਆਦਾ ਦੁੱਧ ਦੇਣ ਵਾਲੀ ਮੈਂ ਦੀ ਪਹਿਚਾਣ ਦੱਸੋ। ਜ਼ਿਆਦਾ ਮੱਝ ਦੇਣ ਵਾਲੀ ਪਤਲੀ ਚਮੜੀ ਹੋਈ ਦੀ, ਪਿੱਛਾ ਜਿਹੜਾ ਨੂੰ ਸਹੀ ਚੌੜਾ ਹੋਏਗਾ। ਅੱਛਾ। ਜਿਹਦਾ ਮੱਝਾਂ ਦਾ ਸੀਨਾ ਚੌੜਾ ਹੈ ਨਾ ਉਹ ਦੁੱਧ ਨਹੀਂ ਦਿੰਦੀ। ਅੱਛਾ, ਯਾਨੀ ਜਿਹਦਾ ਪਿੱਛਾ ਚੌੜਾ ਹੋਏਦਾ ਉਹ ਦੁੱਧ ਜ਼ਿਆਦਾ ਦੇ ਦੀ। ਜੇ ਬਹਾਨੇ ਦਾ ਸਹੀ ਹੋਣਾ ਚਾਹੀਦਾ, ਸਹੀ ਥਾਣ ਹੋਣਾ ਚਾਹੀਦਾ ਨੇ, ਗੇਟ ਤੇ ਥਾਣ ਹੋਣਾ ਚੌੜਾ ਬਹਾਨਾ ਹੋਏ ਤਾਂ ਉਹ ਦੁੱਧ ਦਿੰਦੀਆਂ ਨੇ। ਦੂਸਰਾ ਹੈ ਕਿ ਸਾਡੇ ਇਲਾਕੇ ਦੀਆਂ ਜਿਹੜੀਆਂ ਦੇਸੀ ਮੱਝਾਂ ਨੇ ਇਹਨਾਂ ਦੁੱਧ ਨਹੀਂ ਦਿੰਦੀਆਂ। ਅੱਛਾ। ਦੇਸੀ ਦੁੱਧ ਇਹਨਾਂ ਨਹੀਂ ਦਿੰਦੀਆਂ ਕਿਉਂਕਿ 3-4 ਕਿਲੋ ਨਾਲ ਕੁਝ ਵੀ ਨਹੀਂ ਹੁੰਦਾ, ਉਹਦੇ ਪੱਠੇ ਵੀ ਨਹੀਂ ਪੂਰੇ ਹੁੰਦੇ। ਤੇ ਜੇਕਰ ਅਗਰ ਬੰਦਾ ਮੱਝਾਂ ਉਧਰੋਂ ਲਿਆਏ ਆਰਫਾਂ ਵਾਲੀਆਂ ਉਧਰ ਜਿਹੜੀਆਂ ਨੇ ਉਹ ਮੱਝਾਂ ਸਹੀ ਨੇ। ਕਿਹੜੇ ਇਲਾਕੇ ਦੀ ਮੈਂ ਸਭ ਤੋਂ ਚੰਗੀ ਹੈ? ਆਰਫਾ ਵਾਲੇ। ਆਰਫ ਵਾਲਾ? ਹਾਂ, ਵਿਹਾੜੀ ਉਸ ਇਲਾਕੇ ਦੀ ਦੁੱਧ ਸਹੀ ਦਿੰਦੀਆਂ। ਅੱਛਾ, ਇਹ ਦੱਸੋ ਕਿ ਆਮ ਬੰਦਾ ਜਦੋਂ ਮੈਂ ਦੀ ਖਰੀਦਦਾਰੀ ਕਰਦਾ ਹੈ ਉਹ ਮੈਂ ਦੀਆਂ ਕਿਹੜੀਆਂ ਚੀਜ਼ਾਂ ਵੇਖ ਕੇ ਤੇ ਮੈਂ ਖਰੀਦੇ? ਮੈਂ ਤਾਂ ਰੱਬ ਤਬਕੀ ਹੈ ਜਿਹੜਾ ਵੀ ਹੈ, ਕੋਈ ਆਦਮੀ ਕਹਿ ਨਹੀਂ ਸਕਦਾ ਇਹਨਾਂ ਦਾ ਕਿ ਇਹ ਸਹੀ ਹੈ ਇਹ ਗਲਤ ਹੈ। ਇਹ ਤਾਂ ਅੱਲਾਹ ਤਬਕਾ ਹੀ ਹੈ, ਬਸ ਅੱਗੋਂ ਨਸੀਬ ਨੇ ਸਭ ਤੋਂ ਬਿਹਤਰ ਜਿਹੜੇ ਨਾ ਨਸੀਬ ਨੇ ਕਿਸੇ ਦੇ ਭਾਗ ਨੇ। ਯਾਨੀ ਕਿ ਇਹ ਨਹੀਂ ਕਹਿੰਦਾ ਚੰਗੀ ਵੀ ਮੱਝ ਜਿਹੜੀ ਉਹ ਵੀ ਆਣ ਕੇ ਨਹੀਂ ਦੁੱਧ ਦਿੰਦੀ ਆ, ਕੀ ਕਰਨਾ ਕਿਸੇ। ਠੀਕ ਹੈ। ਇਹ ਦੱਸੋ ਕਿ ਜਿਹੜੇ ਅੱਜ ਕੱਲ ਦੇ ਜਵਾਨ ਲੜਕੇ ਨੇ ਇਹ ਕੰਮ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ? ਇਹ ਕੰਮ ਵਿੱਚ ਫਾਇਦਾ ਕਿ ਨਹੀਂ? ਫਾਇਦਾ ਬਹੁਤ ਹੈ, ਦਿਨ ਸਿੱਧੇ ਹੋਣ, ਅੱਲਾਹ ਤਾਲਾ ਕਰਮ ਕਰੇ ਤਾਂ ਸਭ ਤੋਂ ਜ਼ਿਆਦਾ ਇਸ ਟਾਈਮ 'ਚ ਇਹ 'ਚ ਫਾਇਦਾ। ਇਹ ਜਿਹੜੇ ਨਾ ਜਾਨਵਰ, ਇਹਨਾਂ ਜਾਨਵਰ ਪਾਲਣੇ ਜਾਂ ਮੱਝਾਂ ਪਾਲਣੇ 'ਚ ਬਹੁਤ ਜ਼ਿਆਦਾ ਫਾਇਦਾ। ਯਾਨੀ ਕਿ ਇਸ ਵੇਲੇ ਬਕਾਰ ਫਿਰਨੇ ਨਾਲੋਂ ਜਾਂ ਉਂਝ ਵੀ 4-5 ਮੱਝਾਂ ਹੋਣ, 4 ਵੀ ਮੱਝਾਂ ਹੋਣ ਤੇ ਸਹੀ ਟੱਬਰ ਪਾਲਦੀਆਂ ਮੱਝਾਂ ਹੋਣ ਤੇ ਦੁੱਧ 20 ਕਿਲੋ ਦੁੱਧ 25 ਜਾਏ 20-25 ਵੀ ਜਾਏ ਨਾ ਸੁਬਾ। ਅਬਲ ਤੇ 4 ਮੱਝਾਂ ਜਿਹੜੀਆਂ ਇਸ ਟਾਈਮ ਮੰਨ ਦਿੰਦੀਆਂ ਨੇ ਜਿਹੜੀਆਂ ਮੱਝਾਂ ਨੇ। ਅੱਛਾ। 4000 ਦਾ ਤੇ 1000 ਖਾ ਜਾਣਦੀਆਂ, ਬੜਾ ਖਾਣ ਦੇ 1500 ਖਾ ਜਾਣ ਜਾਂ 2 ਵੀ ਖਾ ਜਾਣ, 2 ਤੇ ਬਚੂ। ਯਾਨੀ ਜ਼ਿਆਦਾ ਤੋਂ ਜ਼ਿਆਦਾ ਅੱਧ ਬਚਾਈ ਜਾਂਦੀਆਂ? ਅੱਧ ਬਚਾ ਜਾਂਦੀ, ਇੱਕ ਟਾਈਮ ਦਾ ਬਚ ਜਾਂਦਾ, ਇੱਕ ਟਾਈਮ ਦਾ ਇਹਨਾਂ ਦਾ ਖੁਰਾਕ। ਠੀਕ ਹੈ। ਜਿਹੜਾ ਕੋਈ ਨਵਾਂ ਬੰਦਾ ਉਹਨੂੰ ਬਿਲਕੁਲ ਇਹ ਕੰਮ ਦਾ ਤਜਰਬਾ ਨਹੀਂ ਹੈ, ਉਹ ਕਿੰਨੇ ਜਾਨਵਰਾਂ ਤੋਂ ਕੰਮ ਸ਼ੁਰੂ ਕਰੇ? ਪਹਿਲੇ 2 ਤੇ 3 ਤੋਂ ਸ਼ੁਰੂ ਕਰੇ, 2 ਮੱਝਾਂ ਲੈ ਜਾਲੇ, ਫਿਰ ਆਸਤਾ ਆਸਤਾ ਇਜ਼ਾਫਾ ਕਰੇ। ਆਸਤਾ ਜਿਸ ਤਰ੍ਹਾਂ ਵੇਖੇ ਕਿ ਹਾਂ ਇਹ 'ਚ ਫਾਇਦਾ ਹੈ ਤੇ ਫਿਰ ਸਜਰੀਆਂ ਸੂਈਆਂ ਮੱਝਾਂ ਲੈ। ਸਜਰੀ ਮੱਝ। ਦੂਸਰਾ ਹੈ ਕਿ ਮੱਝ ਸੂਈਆਂ ਲੈ, ਕਿਉਂਕਿ ਸੂਈ ਜਿਹੜੀ ਮੱਝ ਹੁੰਦੀ ਹੈ ਨਾ ਉਹ ਸਹੀ ਵੇਖ ਲੈਣੀ ਕਿ ਕਿੰਨਾ ਕੁ ਦੁੱਧ ਦਿੰਦੀ ਹੈ, ਕਿ ਥਣ ਤਾਂ ਨਹੀਂ ਖਰਾਬ ਕਿਸੇ ਦਾ। ਤੇ ਸੂਣ ਵਾਲੀ 'ਚ 100 ਭੁਲੇਖਾ ਹੁੰਦਾ ਹੈ। 100 ਵਾਲੀ ਸੂਣ ਵਾਲੀ ਵੈਸੇ ਵੀ ਮਹਿੰਗੀ ਮਿਲੇਗੀ, ਸੂਈ ਦਾ ਜਿਹੜਾ ਰੇਟ ਘਟ ਜਾਂਦਾ ਕਿਉਂਕਿ ਉਹ ਸਾਹਮਣੇ ਹੈ ਸਭ ਕੁਝ। ਤੇ ਜਿਹੜੀ ਹੈ ਦੂਸਰੀ ਮੱਝ ਸੂਣ ਵਾਲੀ ਉਹ ਨਾ ਲੈ ਨਵਾਂ ਬੰਦਾ ਕਦੇ। ਮੰਡੀ 'ਚ ਬਿਹਤਰ ਮਿਲਦੀ ਜਾਂ ਪਿੰਡਾਂ 'ਚ ਫਿਰ ਕੇ? ਇਹ ਤਾਂ ਹੁਣ ਮੰਡੀ 'ਚ ਵੀ ਲੱਭ ਜਾਂਦੀਆਂ, ਮੰਡੀ ਤੇ ਸਵਾਏ ਤੋਂ ਸਵਾਏ ਡੰਗਰ ਨੇ। ਮੰਡੀ 'ਚ ਕਹਿੰਦੇ ਨੇ ਧੋਖਾ ਵੀ ਹੁੰਦਾ, ਡੱਕਾ ਲਾਇਆ ਹੁੰਦਾ। ਨਹੀਂ, ਧੋਖਾ ਵੀ ਹੁੰਦਾ ਇਹਦੇ 'ਚ, ਲੇਕਿਨ ਸਹੀ ਬੰਦੇ ਵੀ ਹੈ ਨੇ ਵਿੱਚ, ਨਹੀਂ ਕਿ ਧੋਖੇ ਵਾਲੇ ਬੈਠੇ ਨੇ ਉੱਥੇ। ਸਹੀ ਵੀ ਹੈ, ਜਿਹੜੇ ਨਸਲਾਂ ਵਾਲੀਆਂ ਮੱਝਾਂ ਨੇ ਨਾ ਉਹਨਾਂ ਨੂੰ ਲੋਕ ਡਾਕਾ ਲਵਾਉਂਦੇ ਇਸ ਵਾਸਤੇ ਕਿ ਡਾਕਾ ਲੱਗ ਜਾ ਮੱਝ ਘਟ ਜਾਂਦੀ ਹੈ, ਕਿਲੋ ਘਟ ਜਾਂਦੀ ਹੈ ਸਵੇਰੇ ਨੂੰ। ਹੁਣ ਡਾਕਾ ਲਵਾਉਣਾ ਸਵੇਰੇ ਨੂੰ ਕਿਲੋ ਘਟ ਜਾਏਗੀ। ਤੇ ਜਿਹੜੇ ਬੰਦੇ ਦੀ ਜ਼ਮੀਨ ਆਪਣੀ ਨਹੀਂ ਉਹ ਵੀ ਇਹ ਕੰਮ ਸ਼ੁਰੂ ਕਰ ਸਕਦਾ ਹੈ? ਆਹੋ, ਵੀ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਠੇਕੇ ਤੇ ਲੈ ਕੇ ਜਾਂ ਪੱਠੇ? ਠੇਕੇ ਤੇ ਲੈ ਲੈ ਜਾਂ ਕਿਸ ਤਰ੍ਹਾਂ ਵੀ, ਮੁੱਲ ਤੇ ਵਾ ਨਹੀਂ
ਮੁੱਲ ਨਹੀਂ ਚਲਾ ਸਕਦਾ ਕਿਉਂਕਿ ਮੁੱਲ ਬਹੁਤ ਮਹਿੰਗਾ ਕੰਮ ਪੈਂਦਾ। ਠੇਕਾ ਲੈ ਲੇ ਤਾਂ ਬਿਹਤਰ ਹੈ। ਡੇਰਾ ਬਣਾਏ ਤੇ ਡੇਰਾ ਬਣਿਆ ਹੋਏ ਜਾਂ ਮਿਲੇ ਇਸ ਤਰ੍ਹਾਂ ਦਾ ਤੇ ਉਹ ਜ਼ਮੀਨ ਖਰੀਦੇ ਠੇਕੇ ਤੇ ਲੈ ਲੇ, ਕਿਉਂਕਿ ਚਾਰਾ ਜਿਹਦਾ ਨਾ ਪੱਠੇ ਘਰ ਦੇ ਹੋਣ ਨਾ ਤੇ ਉਹਦੇ 'ਚ ਫਾਇਦਾ ਹੈ, ਉਹਦੇ 'ਚ ਬਹੁਤ ਜ਼ਿਆਦਾ ਫਾਇਦਾ ਹੈ, ਯਾਨੀ ਕਿ 50% ਤੋਂ ਵੀ ਜ਼ਿਆਦਾ ਹੈ। ਤੇ ਜਿਹੜੇ ਨੇ ਘਰ ਪੱਠੇ ਮੁੱਲ ਲੈਣੇ ਉਹਦੇ 'ਚ ਫਿਰ ਅੱਧਾ ਨੁਕਸਾਨ ਪੈਂਦਾ ਹੈ, ਅੱਧਾ ਮਜ਼ਾ ਦਾ ਅੱਧਾ ਆਪਣਾ। ਅੱਛਾ, ਇਹ ਫਾਇਦਾ ਹੈ, ਫਿਰ ਵੀ ਫਾਇਦਾ ਹੈ। ਹਾਂ, ਫਾਇਦਾ ਹਰ ਪਾਸੇ ਫਾਇਦਾ। ਦੂਸਰਾ ਹੈ ਕਿ ਵੱਡਾ ਕੰਮ ਹੈ ਕਿ ਨਸੀਬ ਦਾ, ਕਿਉਂਕਿ ਇਹ ਕੋਈ ਪਤਾ ਨਹੀਂ ਮੁਸਾਦਾਰ ਜਾਨਵਰ ਨੇ, ਕੋਈ ਪਤਾ ਨਹੀਂ ਇਹਨਾਂ ਦਾ ਕੀ ਹੋਣਾ ਤੇ ਕੀ ਨਹੀਂ ਜੀ। ਕਿ ਬੰਦਾ ਆਖੇ ਕਿ ਇਹ ਫਾਇਦਾ ਹੀ ਫਾਇਦਾ, ਕਿ ਕੋਈ ਇਹ ਭਾਗਾ ਦੀ ਗੱਲ ਹੈ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਹੁੰਦੀ ਹੈ? ਜ਼ਿਆਦਾਤਰ ਇਹਨਾਂ ਨੂੰ ਠੋਰ, ਗਲ ਘੋਟੂ, ਔਰ ਬੁਖਾਰ ਵੀ ਹੋ ਜਾਂਦਾ, ਅੱਜ ਕੱਲ੍ਹ ਮਲੇਰੀਆ। ਮੌਸਮ ਚੇਂਜ ਹੁੰਦਾ ਪਿਆ, ਬੁਖਾਰ ਹੋ ਜਾਂਦਾ। ਬੁਖਾਰ ਹੋ ਜਾਂਦਾ, ਉਹਦੇ ਨਾਲ ਘਟ ਜਾਂਦੀਆਂ ਮੱਝਾਂ। ਤੇ ਅਗਰ ਬੁਖਾਰ ਹੋਈਏ ਤੇ ਇਹਨਾਂ ਨੂੰ ਕੋਈ ਮਿਰਚ ਮਸਾਲਾ ਦਿੰਦੇ ਹੋ? ਨਾ, ਮਿਰਚ ਮਸਾਲਾ ਸਿਰ ਡਾਕਟਰ ਨੂੰ ਰਜੀਦ ਦਿਓ। ਜਿਹੜਾ ਨਾ ਆਪਣੇ ਕੋਲ ਉਹਨੇ ਥੋਮ ਦਿਓ, ਗੰਢੇ ਦਿਓ, ਮਿਰਚਾਂ ਦਿਓ, ਇਹ ਨਹੀਂ ਕਰੋ, ਕਿਉਂਕਿ 2-3 ਲੱਖ ਦੀ ਮੱਝ ਲੱਭਦੀ ਹੈ। ਜੇ ਬੰਦਾ ਇਸ ਤਰ੍ਹਾਂ ਦਾ ਟੂਣੇ ਕਰਨ ਲੱਗ ਪਏ ਤੇ ਉਹ ਇਸ ਤਰ੍ਹਾਂ 'ਚ ਗੁਆ ਪੈਂਦਾ, ਇਹਦੇ 'ਚ ਗੁਆ ਪੈਂਦਾ। ਮੈਂ ਇਹਦੇ ਕੋਲ ਇੱਕ ਮੱਝ ਸੀ, ਉਹ ਬੜੀ ਘਰ ਦੀ ਸੀ, ਝੋਟੀ ਸੀ, ਉਹ ਉਧਰੋਂ ਲਿਆਂਦੀ ਸੀ, ਉਹ ਪਿੱਛੇ ਆਈ ਸੀ, ਉਹਨੂੰ ਆਖਣਾ ਲਾਲ ਮਿਰਚਾਂ ਦਿਓ। ਮੇਰੇ ਹੀ ਟਾਈਮ ਲਾ ਮੈਂ ਉਹਨੂੰ ਮੈਂ ਹੋਰ ਸ਼ਾਇਦ ਲਾਲ ਮਿਰਚਾਂ ਦੇ ਚੁੱਕੀਆਂ। ਉਹਦੇ ਸਾਹ ਜਿਹੜੇ ਨਾ ਫੇਫੜੇ ਸਾਰੇ ਉਹਨੇ ਖਾ ਲਏ, ਲਾਲ ਮਿਰਚਾਂ ਨੇ ਉਹਦੇ ਸਤਿਆਨਾਸ਼ ਕਰ ਹੀਰ, ਉਹ ਮਰ ਗਏ। ਯਾਨੀ ਕਿ ਇਸ ਤਰ੍ਹਾਂ ਦੇ ਟੋਟਕੇ ਨਹੀਂ ਲਾਣੇ ਚਾਹੀਦੇ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਵੇ ਕਿ ਡਾਕਟਰ ਨੂੰ ਬੁਲਾਓ, ਡਾਕਟਰ ਨੂੰ ਆਪ ਹੀ ਉਹ ਟੋਟਕੇ ਨਾ ਲਾਓ। ਬਿਲਕੁਲ, ਆਪ ਹੀ ਟੋਟ ਕਰਨ ਅਗਰ ਜਾਨਵਰ ਬਚਾਉਣਾ ਚਾਹੁੰਦੇ ਬਿਲਕੁਲ। ਜੀ ਅੰਕਲ ਜੀ, ਬਹੁਤ ਸ਼ੁਕਰੀਆ, ਤੁਸੀਂ ਬੜੀ ਅਹਿਮ ਤੇ ਕੀਮਤੀ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼। ਅੱਲਾ ਖੁਦਾ ਹਾਫਿਜ਼।